ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰ ਟੀਵੀ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਅੱਜ ਤੁਹਾਨੂੰ ਕੈਨੇਡਾ ਦੇ ਇੱਕ ਅਜਿਹੇ ਦੌਰ ਦੇ ਬਾਰੇ ਵਿੱਚ ਦੱਸਣ ਜਾ ਰਹੀ ਹਾਂ ਜਿਸ ਦੇ ਵਿੱਚ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਲੋਕ ਆਏ, ਲੰਬੀ ਕਾਲਣਾ ਕੱਲੀ, ਸੰਘਰਸ਼ ਕੀਤਾ, ਬਹੁਤ ਸਾਰੇ ਨਸਲਵਾਦ ਦੇ ਉਹਨਾਂ ਨੇ ਹਮਲੇ ਵੀ ਚੱਲੇ, ਪਰ ਇਸ ਦੇ ਬਾਵਜੂਦ ਹਾਰ ਨਹੀਂ ਮੰਨੀ ਤੇ ਸੰਘਰਸ਼ ਤੋਂ ਬਾਅਦ ਆਪਣੇ ਲਈ ਹੱਕ ਇਕੱਠੇ ਕੀਤੇ। ਦੋਸਤੋ, ਅੱਜ ਅਸੀਂ ਕੈਨੇਡਾ ਵਿੱਚ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਲੋਕ ਸਿਰ ਚੁੱਕ ਕੇ ਤੁਰਦੇ ਹਾਂ। ਸਾਨੂੰ ਹਰ ਪਾਸੇ ਬਰਾਬਰੀ ਦਾ ਅਧਿਕਾਰ ਹੈ। ਕੈਨੇਡਾ ਦੀ ਸਿਟੀਜ਼ਨਸ਼ਿਪ ਤੋਂ ਲੈ ਕੇ ਵੋਟ ਪਾਉਣ ਤੱਕ ਦੇ ਸਾਰੇ ਅਧਿਕਾਰ ਮਿਲੇ ਹੋਏ ਨੇ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਅਧਿਕਾਰ ਇੰਨੇ ਸੌਖੇ ਨਹੀਂ ਮਿਲੇ। 40 ਸਾਲ ਤੋਂ ਵੀ ਵੱਧ ਸਮਾਂ ਨਸਲੀ ਹਮਲੇ, ਘੱਟ ਤਨਖਾਹ, ਗੁਲਾਮਾਂ ਵਰਗਾ ਵਰਤਾਓ, ਇਹ ਸਭ ਚੱਲਿਆ ਹੈ ਸਾਡੇ ਬਜ਼ੁਰਗਾਂ ਨੇ। ਉਹਨਾਂ ਬਜ਼ੁਰਗਾਂ ਨੇ ਜਿਨ੍ਹਾਂ ਦੇ ਦ੍ਰਿੜ ਇਰਾਦੇ ਤੇ ਸੰਘਰਸ਼ ਦੇ ਸਦਕਾ ਅੱਜ ਅਸੀਂ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਲੋਕ ਉੱਚੇ ਅਹੁਦਿਆਂ ਤੇ ਬੈਠੇ ਹਾਂ। ਅੱਜ ਅਸੀਂ ਤੁਹਾਨੂੰ ਕੈਨੇਡਾ ਵਿੱਚ ਸਿੱਖਾਂ ਦੇ ਆਉਣ ਅਤੇ ਉਹਨਾਂ ਦੇ ਸੰਘਰਸ਼ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ। ਸੋ ਧਿਆਨ ਨਾਲ ਸੁਣਿਓ ਕੈਨੇਡਾ ਵਿੱਚ ਸਿੱਖਾਂ ਦੇ ਸਫ਼ਰ ਦੇ ਬਾਰੇ ਵਿੱਚ। ਕੈਨੇਡਾ ਦੀ ਗੱਲ ਕਰੀਏ ਤਾਂ ਅੱਜ ਸਿੱਖ ਭਾਈਚਾਰੇ ਦੇ ਲੋਕ ਉੱਚੇ ਰੁਤਬਿਆਂ ਤੇ ਕੰਮ ਕਰ ਰਹੇ ਨੇ, ਆਪਣੇ ਵਪਾਰ ਚਲਾ ਰਹੇ ਨੇ, ਕੈਨੇਡਾ ਦੀ ਰਾਜਨੀਤੀ ਅਤੇ ਤਾਣੇ ਬਾਣੇ ਵਿੱਚ ਬਣਦਾ ਯੋਗਦਾਨ ਵੀ ਪਾ ਰਹੇ ਨੇ। ਪਰ ਇਹ ਸਭ ਇੰਨਾ ਸੌਖਾ ਨਹੀਂ ਮਿਲਿਆ। ਜਿਸ ਵੇਲੇ ਸਿੱਖਾਂ ਦਾ ਕੈਨੇਡਾ ਵਿੱਚ ਆਉਣਾ ਸ਼ੁਰੂ ਹੋਇਆ ਸੀ, ਉਸ ਵੇਲੇ ਤਾਂ ਇਹਨਾਂ ਨੂੰ ਜਾਨਵਰਾਂ ਦੇ ਤਬੇਲਿਆਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਸੀ। ਤਬੇਲਿਆਂ ਤੋਂ ਮਹਿਲਾਂ ਤੱਕ ਦਾ ਸਫ਼ਰ ਤੈਅ ਕਰਨਾ ਇੰਨਾ ਆਸਾਨ ਨਹੀਂ ਸੀ, ਪਰ ਕੀਤਾ ਗਿਆ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਕੈਨੇਡਾ ਵਿੱਚ ਸਿੱਖਾਂ ਦੇ ਸਫ਼ਰ ਤੋਂ। ਜੇਕਰ ਕੈਨੇਡਾ ਵਿੱਚ ਆਉਣ ਵਾਲੇ ਸਭ ਤੋਂ ਪਹਿਲੇ ਸਿੱਖ ਦੀ ਗੱਲ ਕਰੀਏ ਤਾਂ ਇਹ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਤੇ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਪ੍ਰਿੰਸ ਵਿਕਟਰ ਐਲਬਰਟ ਦਲੀਪ ਸਿੰਘ। ਉਹਨਾਂ ਦੀ ਮਾਂ ਮਹਾਰਾਣੀ ਬੈਂਬਾ ਮੁਲਰ ਸੀ। ਉਹਨਾਂ ਨੇ ਕੈਂਬਰਿਜ ਤੇ ਈਟਨ ਅਤੇ ਟ੍ਰਾਈਨਿਟੀ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਸੈਂਡਰਸਟ ਵਿੱਚ ਰਾਇਲ ਮਿਲਟਰੀ ਕਾਲਜ ਵਿੱਚ ਦਾਖਲਾ ਲੈ ਲਿਆ ਅਤੇ ਫਿਰ ਉਹ ਲੈਫਟੀਨੈਂਟ ਵਜੋਂ ਪਹਿਲੀ ਯਾਨੀ ਕਿ ਸ਼ਾਹੀ ਡਰੈਗਨਸ ਵਿੱਚ ਕਮਿਸ਼ਨ ਹੋ ਗਈ ਸੀ। ਸਾਲ 1988 ਵਿੱਚ ਉਹਨਾਂ ਦੀ ਪੋਸਟਿੰਗ ਬ੍ਰਿਟਿਸ਼ ਨਾਰਥ ਅਮਰੀਕਾ ਵਿੱਚ ਬ੍ਰਿਟਿਸ਼ ਫੌਜਾਂ ਦੇ ਕਮਾਂਡਰ ਜਨਰਲ ਸਰ ਜੌਨ ਰੌਂਸ ਦੇ ਆਨਰੇਰੀ ਸਹਾਇਕ ਵਜੋਂ ਹੈਲੀਫੈਕਸ ਨੋਵਾ ਸਕੋਸ਼ੀਆ ਵਿੱਚ ਹੋਈ। ਇਸ ਹਿਸਾਬ ਨਾਲ ਉਹਨਾਂ ਨੂੰ ਕੈਨੇਡਾ ਪਹੁੰਚਣ ਵਾਲੇ ਪਹਿਲੇ ਸਿੱਖ ਮੂਲ ਦੇ ਵਿਅਕਤੀ ਕਿਹਾ ਜਾਂਦਾ ਹੈ। ਹਾਲਾਂਕਿ ਉਹ 1890 ਵਿੱਚ ਇੰਗਲੈਂਡ ਪਰਤ ਆਏ ਸੀ। ਇਸ ਤੋਂ ਬਾਅਦ ਕੈਨੇਡਾ ਜਾਣ ਵਾਲੇ ਸਿੱਖ ਬ੍ਰਿਟਿਸ਼ ਆਰਮੀ ਦੇ ਜਵਾਨ ਸਨ। ਸਾਲ 1897 ਵਿੱਚ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਇੰਗਲੈਂਡ ਵਿੱਚ ਵੱਡੇ ਪੱਧਰ ਤੇ ਮਨਾਈ ਗਈ ਸੀ। ਇਸ ਸੰਬੰਧੀ ਲੰਡਨ ਵਿੱਚ ਕੱਢੇ ਗਏ ਜਲਸੇ ਵਿੱਚ ਕਈ ਕਾਮਨਵੈਲਥ ਦੇਸ਼ਾਂ ਦੀਆਂ ਫੌਜੀ ਟੁਕੜੀਆਂ ਸ਼ਾਮਲ ਸੀ, ਜਿਨ੍ਹਾਂ ਵਿੱਚ ਸਿੱਖ ਵੀ ਮੌਜੂਦ ਸਨ। ਹਾਂਗਕਾਂਗ ਰੈਜੀਮੈਂਟ ਦੇ ਸਿੱਖ ਜਵਾਨ ਸਨ ਜੋ ਮਹਾਰਾਣੀ ਵਿਕਟੋਰੀਆ ਦੇ ਡਾਇਮੰਡ ਜੁਬਲੀ ਸਮਾਗਮਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਕੈਨੇਡਾ ਰਾਹੀਂ ਹਾਂਗਕਾਂਗ ਵਾਪਸ ਗਏ। ਉਹ ਸਿੱਖ ਜਵਾਨ ਕੈਨੇਡਾ ਦੇ ਧਰਾਤਲ ਅਤੇ ਹਰਿਆਵਲ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੂੰ ਇਹ ਆਪਣੇ ਪੰਜਾਬ ਜਿਹਾ ਜਾਪਿਆ। ਭਾਰਤ ਦੇ ਸਿੱਖਾਂ ਨੂੰ ਦੁਨੀਆ ਵਿੱਚ ਸਭ ਤੋਂ ਬਹਾਦਰ ਫੌਜਾਂ ਵਿੱਚ ਗਿਣਿਆ ਜਾਂਦਾ ਸੀ। ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਤੋਂ ਬਾਅਦ ਸਾਲ 1868 ਵਿੱਚ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਨ ਏ ਮੈਕਡੋਨਲਡ ਨੇ ਭਾਰਤ ਵਿੱਚ ਆਪਣੇ ਇੱਕ ਦੋਸਤ ਨੂੰ ਚਿੱਠੀ ਵਿੱਚ ਲਿਖਿਆ ਸੀ ਕਿ ਕਿਸੇ ਦਿਨ ਜਦੋਂ ਇੰਗਲੈਂਡ ਅਤੇ USA ਵਿਚਕਾਰ ਜੰਗ ਹੋਏਗੀ ਤਾਂ ਭਾਰਤ ਸਿੱਖਾਂ ਦੀ ਫੌਜ ਭੇਜ ਕੇ ਸਾਡੀ ਮਦਦ ਕਰ ਸਕਦਾ ਹੈ। ਕੈਨੇਡਾ ਦੇ ਸਿੱਖ ਹੈਰੀਟੇਜ ਮਿਊਜ਼ੀਅਮ ਦੀ ਵੈਬਸਾਈਟ ਤੇ ਇਸ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ 1843 ਤੋਂ 1845 ਦੇ ਦੌਰਾਨ ਬ੍ਰਿਟਿਸ਼ ਰਾਜ ਵਿੱਚ ਕੈਨੇਡਾ ਦੇ ਗਵਰਨਰ ਜਨਰਲ ਰਹਿਣ ਵਾਲੇ ਸਰ ਚਾਰਲਸ ਮੈਟਕਾਲਫ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਅਫਸਰ ਵਜੋਂ ਮਹਾਰਾਜਾ ਰਣਜੀਤ ਸਿੰਘ ਨਾਲ ਲਾਹੌਰ ਸੰਧੀ ਕੀਤੀ ਸੀ ਅਤੇ ਲਾਹੌਰ ਰਾਜ ਦੀ ਹੀ ਸਿੱਖ ਬੀਬੀ ਦੇ ਨਾਲ ਵਿਆਹ ਕਰਵਾਇਆ ਸੀ। ਪਰ ਕੀ ਉਹ ਉਹਨਾਂ ਦੇ ਨਾਲ ਕੈਨੇਡਾ ਆਈ ਸੀ ਜਾਂ ਨਹੀਂ, ਇਸ ਦੇ ਬਾਰੇ ਵਿੱਚ ਕੋਈ ਪੁਖਤਾ ਜਾਣਕਾਰੀ ਨਹੀਂ ਮਿਲਦੀ। ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਸਿੱਖਾਂ ਨੇ ਇੱਥੋਂ ਕੈਨੇਡਾ ਦਾ ਰੁਖ ਕੀਤਾ ਅਤੇ ਫਿਰ ਹੌਲੀ-ਹੌਲੀ ਪੰਜਾਬ ਤੱਕ ਇਸ ਨਵੇਂ ਦੇਸ਼ ਦੇ ਬਾਰੇ ਚਰਚੇ ਪਹੁੰਚਣ ਲੱਗੇ। 1903 ਤੋਂ 4 ਤੋਂ ਰੁਜ਼ਗਾਰ ਲਈ ਸਿੱਖ ਕੈਨੇਡਾ ਆਉਣੇ ਸ਼ੁਰੂ ਹੋ ਗਏ ਸੀ। ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਤਕਰੀਬਨ 5500 ਸਿੱਖ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਆ ਕੇ ਰਹਿਣ ਲੱਗੇ ਸੀ। ਉਸ ਵੇਲੇ ਸਿੱਖ ਜ਼ਿਆਦਾਤਰ ਇੱਥੋਂ ਦੀਆਂ ਲੱਕੜ ਮਿੱਲਾਂ, ਸੀਮੈਂਟ ਫੈਕਟਰੀਆਂ, ਰੇਲਵੇ ਵਰਕਰਸ ਦੇ ਵਜੋਂ ਜਾਂ ਫਿਰ ਖੇਤਾਂ ਦੇ ਵਿੱਚ ਕੰਮ ਕਰਦੇ ਸੀ। ਉਸ ਵੇਲੇ ਸਿਰਫ ਆਦਮੀ ਹੀ ਇੱਥੇ ਰੁਜ਼ਗਾਰ ਲਈ ਰਹਿੰਦੇ ਸੀ। ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਕਰਕੇ ਉਹ ਆਪਣੀਆਂ ਪਤਨੀਆਂ, ਬੱਚਿਆਂ ਨੂੰ ਇੱਥੇ ਨਹੀਂ ਲਿਆ ਸਕਦੇ ਸੀ। ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਸਿੱਖਾਂ ਦਾ ਪਹਿਲਾ ਘਰ ਸੀ। ਭਾਵੇਂ ਉਸ ਵੇਲੇ ਕੈਨੇਡਾ ਆ ਰਹੇ ਸਿੱਖ ਆਮ ਤੌਰ ਤੇ ਅਨਪੜ੍ਹ ਅਤੇ ਅਕੁਸ਼ਲ ਸਨ, ਪਰ ਮਿਹਨਤੀ ਹੋਣ ਕਰਕੇ ਉਹਨਾਂ ਨੂੰ ਪਹਿਲ ਮਿਲਣ ਲੱਗੀ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਗੋਰੇ ਕਾਮਿਆਂ ਤੋਂ ਘੱਟ ਤਨਖਾਹ ਦੇ ਕੇ ਕੰਮ ਕਰਵਾਇਆ ਜਾ ਸਕਦਾ ਸੀ। ਉਹ ਸਥਾਨਕ ਲੋਕਾਂ ਨਾਲ ਜ਼ਿਆਦਾ ਰਾਬਤੇ ਵਿੱਚ ਨਹੀਂ ਆਉਂਦੇ ਸੀ। ਉਸ ਵੇਲੇ ਉਹ ਕਮਾ ਕੇ ਵਾਪਸ ਜਾਣ ਦੀ ਵੀ ਸੋਚ ਰੱਖਦੇ ਸੀ। ਸੰਚਾਰ ਦੇ ਸਾਧਨ ਵੀ ਘੱਟ ਸੀ, ਇਸ ਲਈ ਘਰ ਪਰਤਣ ਦੀ ਸੋਚ ਹਮੇਸ਼ਾ ਦਿਮਾਗ 'ਚ ਰਹਿੰਦੀ ਸੀ।
ਪੰਜਾਬ ਤੋਂ ਇੱਥੇ ਆਉਣ ਵਾਲੇ ਪ੍ਰਵਾਸੀਆਂ ਦਾ ਰੂਟ ਪਹਿਲਾਂ ਪੰਜਾਬ ਤੋਂ ਕਲਕੱਤਾ ਤੱਕ ਟ੍ਰੇਨ ਜ਼ਰੀਏ ਅਤੇ ਫਿਰ ਉੱਥੋਂ ਪਾਣੀ ਦੇ ਰਸਤਿਓਂ ਜਹਾਜ਼ ਰਾਹੀਂ ਹਾਂਗਕਾਂਗ ਹੁੰਦਿਆਂ ਹੋਇਆਂ ਕੈਨੇਡਾ ਪਹੁੰਚਣਾ ਹੁੰਦਾ ਸੀ। ਸਾਡੇ ਲੋਕ ਕੜਾਕੇ ਦੀ ਠੰਡ ਵਿੱਚ ਘੋੜਿਆਂ ਤੇ ਤਪੇਲਿਆਂ ਅੰਦਰ ਜਾਂ ਸਖਤ ਲੱਕੜਾਂ ਉੱਤੇ ਸੌਂਦੇ ਰਹੇ ਨੇ। ਉਹ ਭਾਰਤ ਤੋਂ ਆਉਣ ਵੇਲੇ ਕੰਬਲ ਵੀ ਆਪਣੇ ਨਾਲ ਲਿਆਉਂਦੇ ਸੀ ਤਾਂ ਕਿ ਸਰਦੀਆਂ ਵਿੱਚ ਦਿਨ ਕੱਟਣੇ ਸੌਖੇ ਹੋ ਸਕਣ। ਵੈਨਕੂਵਰ ਦੇ ਵਿੱਚ ਸਾਲ 1906 ਵਿੱਚ ਖਾਲਸਾ ਦੀਵਾਨ ਸੁਸਾਇਟੀ ਬਣੀ। ਖਾਲਸਾ ਦੀਵਾਨ ਸੁਸਾਇਟੀ ਨੇ ਹੀ ਕੈਨੇਡਾ ਵਿੱਚ ਪਹਿਲੇ ਗੁਰੂ ਘਰ ਦਾ ਨੀਂਹ ਪੱਥਰ ਰੱਖਿਆ। ਵੈਨਕੂਵਰ ਵਿੱਚ 1908 ਵਿੱਚ ਕੈਨੇਡਾ ਦਾ ਪਹਿਲਾ ਗੁਰੂ ਘਰ ਲੋਕਾਂ ਲਈ ਖੋਲ੍ਹਿਆ ਗਿਆ। ਗੁਰਦੁਆਰਾ ਸਾਹਿਬ ਦਾ ਨਿਰਮਾਣ ਕੈਨੇਡਾ ਪ੍ਰਵਾਸ ਕਰ ਚੁੱਕੇ ਸਿੱਖਾਂ ਲਈ ਇੱਕ ਅਹਿਮ ਮੀਲ ਪੱਥਰ ਸੀ, ਜਿੱਥੇ ਉਹ ਜਾ ਕੇ ਆਪਣੇ ਭਾਈਚਾਰੇ ਦੇ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਸੀ, ਇਕੱਠੇ ਹੋ ਸਕਦੇ ਸੀ। ਦੇਸ਼ ਅਤੇ ਘਰਾਂ ਤੋਂ ਦੂਰ ਸਿੱਖਾਂ ਲਈ ਗੁਰਦੁਆਰੇ ਇੱਕ ਕੇਂਦਰ ਬਣ ਗਏ ਸੀ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਜਦੋਂ ਸਿੱਖ ਕਾਮਿਆਂ ਵਜੋਂ ਕੈਨੇਡਾ ਪਹੁੰਚਣ ਲੱਗੇ ਤਾਂ ਕਈ ਕਾਰਨਾਂ ਕਰਕੇ ਉਹਨਾਂ ਪ੍ਰਤੀ ਨਫ਼ਰਤ ਵੀ ਸ਼ੁਰੂ ਹੋ ਗਈ ਸੀ। ਸਿਆਸੀ ਕਾਰਨਾਂ ਦੇ ਨਾਲ-ਨਾਲ ਇਹਨਾਂ ਵਿੱਚ ਸਥਾਨਕ ਲੋਕਾਂ ਦਾ ਰੁਜ਼ਗਾਰ ਖੁੱਸਣ ਦਾ ਵੀ ਡਰ ਇੱਕ ਕਾਰਨ ਬਣ ਚੁੱਕਿਆ ਸੀ। ਅਪ੍ਰੈਲ 1907 ਵਿੱਚ ਮਿਊਨਿਸਪਲ ਇਨਕਾਰਪੋਰੇਸ਼ਨ ਐਕਟ ਵਿੱਚ ਬਦਲਾਅ ਕੀਤੇ ਜਾਣ ਵੇਲੇ ਸਿੱਖਾਂ ਨੂੰ ਵੋਟਿੰਗ ਹੱਕ ਤੋਂ ਵਾਂਝਾ ਰੱਖਿਆ ਗਿਆ, ਜਿਸ ਨਾਲ ਸਿੱਖ ਫੈਡਰਲ ਵੋਟਿੰਗ ਤੋਂ ਬਾਹਰ ਹੋ ਗਏ। ਕਰੀਬ 40 ਸਾਲ ਤੱਕ ਸਿੱਖ ਕੈਨੇਡਾ ਦੀ ਸਿਆਸੀ ਪ੍ਰਕਿਰਿਆ ਤੋਂ ਬਾਹਰ ਰਹੇ। ਇਸ ਸਮੇਂ ਦੌਰਾਨ ਨਾ ਤਾਂ ਸਿੱਖਾਂ ਨੂੰ ਵੋਟਿੰਗ ਦਾ ਅਧਿਕਾਰ ਸੀ ਤੇ ਨਾ ਹੀ ਉੱਥੋਂ ਦੀ ਨਾਗਰਿਕਤਾ ਦਾ। ਸਤੰਬਰ 1907 ਵਿੱਚ USA ਦੇ ਵਾਸ਼ਿੰਗਟਨ ਵਿੱਚ 400-500 ਗੋਰਿਆਂ ਦੀ ਭੀੜ ਨੇ ਲੱਕੜ ਮਿਲਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਸਿੱਖ ਵਰਕਰਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢਿਆ। ਕੈਨੇਡਾ ਦਾ ਬਾਰਡਰ ਨੇੜੇ ਹੋਣ ਕਰਕੇ ਕੁਝ ਹੀ ਦਿਨਾਂ ਬਾਅਦ ਇਸੇ ਤਰ੍ਹਾਂ ਦੀ ਹਿੰਸਾ ਵੈਨਕੂਵਰ ਦੇ ਵਿੱਚ ਵੀ ਵਾਪਰੀ। ਇਸ ਘਟਨਾ ਨੂੰ ਏਸ਼ੀਅਨ ਵਿਰੋਧੀ ਦੰਗੇ ਵੀ ਕਿਹਾ ਗਿਆ। ਇਸ ਦੌਰਾਨ ਕੈਨੇਡਾ ਵਿੱਚ ਭਾਰਤੀਆਂ ਦਾ ਆਉਣਾ ਰੋਕਣ ਲਈ ਇਮੀਗ੍ਰੇਸ਼ਨ ਨੀਤੀਆਂ ਵਿੱਚ ਬਦਲਾਅ ਬਾਰੇ ਵੀ ਚਿੰਤਾ ਹੋਣ ਲੱਗੀ ਅਤੇ ਜਨਵਰੀ 1908 ਵਿੱਚ ਨਵੀਂ ਨੀਤੀ ਅਤੇ ਹੁਕਮ ਜਾਰੀ ਹੋਏ। ਇਹਨਾਂ ਦੇ ਮੁਤਾਬਿਕ ਕੈਨੇਡਾ ਆਉਣ ਵਾਲੇ ਸਾਰੇ ਪ੍ਰਵਾਸੀ ਪੁਖਤਾ ਟਿਕਟ ਦੇ ਰਾਹੀਂ ਅਤੇ ਉਹਨਾਂ ਦੇ ਮੂਲ ਦੇਸ਼ ਤੋਂ ਸਿੱਧੇ ਇੱਥੇ ਆਉਣ। ਉਸ ਵੇਲੇ ਕੈਨੇਡਾ ਦੀ ਸਰਕਾਰ ਨੇ ਭਾਰਤ ਤੋਂ ਸਿੱਧਾ ਕੈਨੇਡਾ ਲਿਆਉਣ ਵਾਲੀ ਇਕਲੌਤੀ ਸ਼ਿਪਿੰਗ ਕੰਪਨੀ ਕੈਨੇਡੀਅਨ ਪੈਸੀਫਿਕ ਸਟੀਮਸ਼ਿਪ ਕੰਪਨੀ ਤੇ ਵੀ ਸੇਵਾਵਾਂ ਬੰਦ ਕਰਨ ਲਈ ਦਬਾਅ ਪਾਇਆ। ਦੂਜੇ ਹੁਕਮ ਦੇ ਮੁਤਾਬਿਕ ਕੈਨੇਡਾ ਆਉਣ ਵਾਲੇ ਸਾਰੇ ਏਸ਼ੀਅਨ ਪ੍ਰਵਾਸੀਆਂ ਕੋਲ $200 ਹੋਣੇ ਲਾਜ਼ਮੀ ਸੀ। ਇਹ ਏਸ਼ੀਅਨਸ ਲਈ ਵਿਤਕਰੇ ਵਾਲਾ ਸੀ ਕਿਉਂਕਿ ਬਾਕੀ ਥਾਵਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਇਹ ਸ਼ਰਤ ਸਿਰਫ $25 ਦੀ ਸੀ। ਇਸ ਤੋਂ ਬਾਅਦ 1914 ਵਿੱਚ ਕਾਮਾਗਾਟਾ ਮਾਰੂ ਦੀ ਘਟਨਾ ਵਾਪਰੀ, ਜਿਸ ਨੇ ਸਭ ਨੂੰ ਕਾਫੀ ਜ਼ਿਆਦਾ ਦਹਿਲਾ ਦਿੱਤਾ। ਕਿਤਾਬ ਬਿਕਮਿੰਗ ਕੈਨੇਡੀਅਨਸ ਤੋਂ ਆંકੜੇ ਮਿਲਦੇ ਨੇ ਕਿ 1915 ਵਿੱਚ ਇੱਕ ਸਿੱਖ ਕੈਨੇਡਾ ਆਇਆ, ਪਰ ਇਸ ਤੋਂ ਬਾਅਦ 1919 ਤੱਕ ਕੈਨੇਡਾ ਵਿੱਚ ਪ੍ਰਵਾਸ ਕਰਨ ਵਾਲੇ ਸਿੱਖਾਂ ਦਾ ਆંકੜਾ 0 ਰਿਹਾ। ਪਹਿਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਿੱਖਾਂ ਵਿੱਚੋਂ ਕਈ ਇਹ ਸੋਚ ਕੇ ਭਾਰਤ ਪਰਤ ਆਏ ਕਿ ਦੇਸ਼ ਦੀ ਆਜ਼ਾਦੀ ਤੋਂ ਬਿਨਾਂ ਕੈਨੇਡਾ ਵਿੱਚ ਉਹਨਾਂ ਦੀ ਹਾਲਤ ਨਹੀਂ ਸੁਧਰ ਸਕਦੀ। ਕੁਝ ਸਿੱਖ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ US ਚਲੇ ਗਏ। ਕਈ ਸਿੱਖ ਕੈਨੇਡਾ ਵਿੱਚ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ ਜਾਨਾਂ ਗਵਾ ਬੈਠੇ। ਪਹਿਲੀ ਵਿਸ਼ਵ ਜੰਗ ਵਿੱਚ ਕੈਨੇਡਾ ਲਈ ਦਿੱਤੀਆਂ ਸੇਵਾਵਾਂ ਅਤੇ ਜਾਨਾਂ ਸਦਕਾ 1918 ਵਿੱਚ ਭਾਰਤੀਆਂ ਉੱਤੇ ਲੱਗੀਆਂ ਪ੍ਰਵਾਸ ਪਾਬੰਦੀਆਂ ਹਟਾਉਣ ਦਾ ਦਬਾਅ ਪੈਣ ਲੱਗਿਆ। ਸਾਲ 1919 ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਬਦਲਾਅ ਕੀਤਾ ਗਿਆ ਅਤੇ ਉਦੋਂ ਉੱਥੇ ਰਹਿੰਦੇ ਸਿੱਖਾਂ ਨੂੰ ਇਜਾਜ਼ਤ ਮਿਲ ਗਈ ਕਿ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਇੱਥੇ ਬੁਲਾ ਸਕਦੇ ਨੇ। ਸਿੱਖ ਔਰਤਾਂ ਦਾ ਕੈਨੇਡਾ ਆਉਣਾ 1920 ਵਿੱਚ ਹੀ ਸ਼ੁਰੂ ਹੋਇਆ। 40 ਸਾਲ ਪਹਿਲਾਂ 1907 ਵਿੱਚ ਵੋਟਿੰਗ ਹੱਕਾਂ ਤੋਂ ਵਾਂਝੇ ਕੀਤੇ ਜਾਣ ਵਾਲੇ ਸਿੱਖਾਂ ਨੂੰ ਅਪ੍ਰੈਲ 1947 ਵਿੱਚ ਨਿਯਮ ਬਦਲੇ ਗਏ, ਜਿਸ ਨਾਲ ਇਹਨਾਂ ਨੂੰ ਅਤੇ ਹੋਰ ਈਸਟ ਇੰਡੀਅਨਸ ਨੂੰ ਵੋਟ ਦਾ ਅਧਿਕਾਰ ਮਿਲਿਆ। ਉਸੇ ਸਾਲ ਸਤੰਬਰ ਵਿੱਚ ਮਿਊਨਿਸਪਲ ਵਿੱਚ ਵੋਟਿੰਗ ਦਾ ਹੱਕ ਸਿੱਖਾਂ ਨੂੰ ਮਿਲਿਆ ਤੇ ਉਸੇ ਸਾਲ ਭਾਰਤ ਨੂੰ ਆਜ਼ਾਦੀ ਮਿਲੀ ਸੀ। ਇਸ ਤੋਂ ਬਾਅਦ ਸਿੱਖ ਉੱਥੋਂ ਦੀ ਸਿਆਸਤ ਵਿੱਚ ਵੀ ਹਿੱਸਾ ਲੈਣ ਲੱਗੇ। 1950 ਵਿੱਚ ਪਹਿਲੀ ਵਾਰ ਨਿਰੰਜਨ ਸਿੰਘ ਗਰੇਵਾਲ ਬ੍ਰਿਟਿਸ਼ ਕੋਲੰਬੀਆ ਦੇ ਸਿਟੀ ਕੌਂਸਲ ਲਈ ਚੁਣੇ ਗਏ ਸੀ। ਇਸ ਦੌਰਾਨ ਹੋਰਾਂ ਸਾਲਾਂ ਤੋਂ ਇਲਾਵਾ ਪੰਜਾਬ ਵਿੱਚ 1980 ਤੋਂ 1992 ਤੱਕ ਜਦੋਂ ਅੱਤਵਾਦ ਦਾ ਦੌਰ ਰਿਹਾ, ਇੱਕ ਵਾਰ ਫਿਰ ਪੰਜਾਬੀ ਸਿੱਖਾਂ ਦੇ ਵਿਦੇਸ਼ਾਂ ਵੱਲ ਰੁਖ ਕਰਨ ਦੀ ਲਹਿਰ ਚੱਲੀ। ਉਦੋਂ ਹੋਰ ਕਈ ਦੇਸ਼ਾਂ ਤੋਂ ਇਲਾਵਾ ਕੈਨੇਡਾ ਵੀ ਪੰਜਾਬੀ ਸਿੱਖਾਂ ਨੇ ਆਪਣੇ ਪ੍ਰਵਾਸ ਲਈ ਚੁਣਿਆ। ਉਸ ਵੇਲੇ ਮਾਪਿਆਂ ਦਾ ਆਪਣੇ ਨੌਜਵਾਨ ਮੁੰਡਿਆਂ ਨੂੰ ਪੰਜਾਬ ਤੋਂ ਬਾਹਰ ਸੁਰੱਖਿਅਤ ਸਮਝਣਾ ਵੀ ਉਸੇ ਦੌਰ ਦੇ ਪ੍ਰਵਾਸ ਦਾ ਕਾਰਨ ਬਣਿਆ। ਇਸ ਤੋਂ ਬਾਅਦ ਸਾਲ 2000 ਤੋਂ ਕੈਨੇਡਾ ਵਿੱਚ ਸਿੱਖਾਂ ਦੇ ਪ੍ਰਵਾਸ ਦਾ ਨਵਾਂ ਅਧਿਆਇ ਸ਼ੁਰੂ ਹੋਇਆ। ਪਿਛਲੇ 20 ਸਾਲਾਂ ਵਿੱਚ ਕੈਨੇਡਾ ਵਿੱਚ ਸਿੱਖਾਂ ਦੀ ਗਿਣਤੀ ਦੁੱਗਣੀ ਹੋਈ ਹੈ। ਡਾਕਟਰ ਤੇਜਿੰਦਰ ਕੌਰ ਦੱਸਦੇ ਨੇ ਕਿ ਕੈਨੇਡਾ ਜਾਣ ਲਈ ਆਇਲਸ ਦੀ ਪ੍ਰਕਿਰਿਆ, ਕੈਨੇਡਾ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਨਾਲ ਪ੍ਰਵਾਸ ਦਾ ਇੱਕ ਨਵਾਂ ਦੌਰ ਆਇਆ ਹੈ। ਕਿਸੇ ਵੇਲੇ ਲੋਕ ਇੱਥੇ ਕਮਾਈ ਲਈ ਜਾਂਦੇ ਸੀ, ਇੱਥੇ ਆ ਕੇ ਜ਼ਮੀਨਾਂ ਬਣਾਉਂਦੇ ਸੀ, ਪਰ ਹੁਣ ਉਹ ਦੌਰ ਆ ਗਿਆ ਹੈ ਕਿ ਲੋਕ ਆਪਣੀਆਂ ਨੌਕਰੀਆਂ ਛੱਡ ਕੇ ਜਾਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਨੇ। ਮੌਜੂਦਾ ਸਮੇਂ ਪ੍ਰਵਾਸ ਰੁਜ਼ਗਾਰ ਦੀ ਲੋੜ ਨਾਲੋਂ ਇੱਕ ਭੇਡ ਚਾਲ ਦੀ ਤਰ੍ਹਾਂ ਵਧੇਰੇ ਜਾਪ ਰਿਹਾ ਹੈ। ਇਹ ਸਾਲ 2000 ਤੋਂ ਬਾਅਦ ਹੀ ਹੋਇਆ ਹੈ ਕਿ ਹੁਣ 12ਵੀਂ ਕਰਨ ਤੋਂ ਬਾਅਦ
18-19 ਸਾਲ ਦੀ ਉਮਰ ਵਿੱਚ ਹੀ ਬੱਚੇ ਬਾਹਰ ਜਾ ਰਹੇ ਨੇ, ਜਦਕਿ ਇਸ ਤੋਂ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। ਪਹਿਲਾਂ ਆਦਮੀ ਵਿਦੇਸ਼ ਜਾਂਦੇ ਸੀ ਤੇ ਆਪਣੇ ਬੱਚਿਆਂ ਨੂੰ ਸੱਦਦੇ ਸੀ, ਤੇ ਹੁਣ ਬੱਚੇ ਵਿਦੇਸ਼ ਜਾਂਦੇ ਨੇ ਤੇ ਆਪਣੇ ਮਾਪਿਆਂ ਨੂੰ ਬੁਲਾਉਂਦੇ ਨੇ। ਸਿੱਖਾਂ ਨੇ ਆਪਣੀ ਹੋਂਦ, ਆਪਣੇ ਹੱਕਾਂ ਲਈ ਕਈ ਲੜਾਈਆਂ ਲੜੀਆਂ ਅਤੇ ਉਹਨਾਂ ਦੀ ਹੀ ਦੇਣ ਸਦਕਾ ਸਿੱਖ ਕੈਨੇਡਾ ਸਰਕਾਰ ਵਿੱਚ MP ਹਨ ਅਤੇ ਮੰਤਰੀ ਹਨ। ਸਾਲ 2015 ਵਿੱਚ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਕੈਬਨਿਟ ਦੇ 4 ਮੰਤਰੀ ਸਿੱਖ ਸਨ। ਦੂਜੇ ਪਾਸੇ ਸਿੱਖ ਭਾਈਚਾਰੇ ਦੀ ਗਿਣਤੀ ਵਧਣ ਨਾਲ ਅਜਿਹੇ ਲੋਕ ਵੀ ਆਏ ਜਿਨ੍ਹਾਂ ਨੇ ਗਲਤ ਕੰਮ ਕਰਕੇ, ਜੁਰਮ 'ਚ ਵਾਧਾ ਕਰਕੇ ਇਹਨਾਂ ਦੀਆਂ ਕੀਤੀਆਂ ਕਮਾਈਆਂ ਤੇ ਕਮਾਈਆਂ ਇੱਜ਼ਤਾਂ ਨੂੰ ਇੱਕ ਖੁੰਝੇ ਲਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਗੱਡੀਆਂ ਚੋਰੀ ਤੋਂ ਲੈ ਕੇ ਨਸ਼ਾ ਤਸਕਰੀ ਤੱਕ ਕਈ ਅਜਿਹੇ ਮਾਮਲਿਆਂ ਵਿੱਚ ਕਰਕੇ ਆਪਣੇ ਭਾਈਚਾਰੇ ਦਾ ਨਾਮ ਬਦਨਾਮ ਕਰ ਰਹੇ ਨੇ। ਉੱਥੇ ਦੂਜੇ ਪਾਸੇ ਉਹ ਪੰਜਾਬੀ ਸਿੱਖ ਵੀ ਨੇ ਜੋ ਉੱਚੀਆਂ ਮੱਲਾਂ ਮਾਰ ਰਹੇ ਨੇ ਅਤੇ ਹਰ ਖੇਤਰ ਦੇ ਵਿੱਚ ਆਪਣੇ ਭਾਈਚਾਰੇ ਦਾ ਨਾਮ ਉੱਚਾ ਕਰ ਰਹੇ ਨੇ। ਪਰ ਜੋ ਵੀ ਹੈ, ਇਸ ਵਕਤ ਕੈਨੇਡਾ ਪੰਜਾਬੀਆਂ ਦਾ ਇੱਕ ਤਰੀਕੇ ਨਾਲ ਦੂਜਾ ਘਰ ਬਣ ਚੁੱਕਿਆ ਹੈ। ਪੰਜਾਬੀ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਚੁੱਕੀ ਹੈ। ਸੰਘਰਸ਼ ਤੋਂ ਬਾਅਦ ਹੀ ਸਹੀ, ਪਰ ਕੈਨੇਡਾ ਨੇ ਪੰਜਾਬੀਆਂ ਨੂੰ, ਸਿੱਖਾਂ ਨੂੰ ਜੋ ਹੱਕ ਦਿੱਤੇ ਨੇ, ਜੋ ਅਧਿਕਾਰ ਦਿੱਤੇ ਨੇ, ਸਿੱਖਾਂ ਨੇ ਵੀ ਇਸ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਪੂਰਾ ਬਣਦਾ ਯੋਗਦਾਨ ਪਾਇਆ ਹੈ। ਬਿਊਰੋ ਰਿਪੋਰਟ, ਹਮਦਰਦ ਨਿਊਜ਼।